Hello everyone. Dear students, today we are going to read lesson 1 Abdul Hamid. This lesson is a true story of a brave soldier named Abdul Hamid. ਪਿਆਰੇ ਵਿਦਿਆਰਥੀਓ, ਅੱਜ ਅਸੀਂ ਲੈਸਨ 1 ਪੜਾਂਗੇ ਜਿਸ ਦਾ ਨਾਮ ਹੈ ਅਬਦੁਲ ਹਾਮਿਦ। ਆਓ ਲੈਸਨ ਨੂੰ ਪੜ੍ਹੀਏ ਅਤੇ ਸਮਝੀਏ। This is class 8th. Mr. Verma, the class teacher, is telling the class a story. ਇਹ 8ਵੀਂ ਕਲਾਸ ਹੈ। ਮਿਸਟਰ ਵਰਮਾ ਜੋ ਕਲਾਸ ਟੀਚਰ ਨੇ ਉਹ ਕਲਾਸ ਨੂੰ ਇੱਕ ਕਹਾਣੀ ਸੁਣਾ ਰਹੇ ਹਨ। It is the story of a brave soldier named Abdul Hamid. ਇਹ ਕਹਾਣੀ ਇੱਕ ਬਹਾਦਰ ਸਿਪਾਹੀ ਅਬਦੁਲ ਹਾਮਿਦ ਬਾਰੇ ਹੈ। He was a company quartermaster ਹਵਲਦਾਰ in the Indian Army. ਉਹ ਭਾਰਤੀ ਫੌਜ ਵਿੱਚ ਕੰਪਨੀ ਕੁਆਟਰ ਮਾਸਟਰ ਹਵਲਦਾਰ ਦੀ ਪੋਸਟ 'ਤੇ ਤਾਇਨਾਤ ਸੀ। He was a very brave soldier. ਉਹ ਇੱਕ ਬਹੁਤ ਹੀ ਬਹਾਦਰ ਸਿਪਾਹੀ ਸੀ। He fought in the 1965 war between India and Pakistan. ਉਹ 1965 ਦੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਲੜਾਈ ਵਿੱਚ ਵੀ ਲੜਿਆ ਸੀ। ਵਿਦਿਆਰਥੀਓ, ਤੁਸੀਂ ਪਿਕਚਰ ਵਿੱਚ ਦੇਖ ਸਕਦੇ ਹੋ ਅਬਦੁਲ ਹਾਮਿਦ ਦੀ ਪਿਕ ਵੀ ਦਿਖਾਈ ਦੇ ਰਹੀ ਹੈ। ਇਹ ਜੋ ਸੀਨ ਹੈ ਇਹ ਕਲਾਸ ਦਾ ਸੀਨ ਹੈ। ਮਿਸਟਰ ਵਰਮਾ ਟੀਚਰ ਔਰ ਸਟੂਡੈਂਟਸ ਵੀ ਦਿਖਾਈ ਦੇ ਰਹੇ ਹਨ। ਮਿਸਟਰ ਵਰਮਾ ਕਹਿੰਦੇ ਹਨ, It is the early morning of 10th September 1965. ਇਹ 10 ਸਤੰਬਰ 1965 ਦੀ ਸਵੇਰ ਹੈ। India is fighting against Pakistan. ਭਾਰਤ ਪਾਕਿਸਤਾਨ ਦੇ ਵਿਰੁੱਧ ਲੜ ਰਿਹਾ ਹੈ। A Pakistani regiment of Patton tanks is marching on the Pikhivind Amritsar Road in the Khemkarn sector of India. ਪਾਕਿਸਤਾਨੀ ਫੌਜ ਹੈ ਜੋ ਉਹ ਪੈਟਨ ਟੈਂਕਸ ਦੇ ਨਾਲ ਅੱਗੇ ਵਧ ਰਹੀ ਹੈ। ਕਿੱਧਰ ਵੱਲ ਨੂੰ ਵਧ ਰਹੀ ਹੈ, ਕਿੱਥੇ ਪਹੁੰਚ ਰਹੀ ਹੈ? ਭਿੱਖੀਵਿੰਡ ਅੰਮ੍ਰਿਤਸਰ ਰੋਡ ਵੱਲ ਨੂੰ ਵਧ ਰਹੀ ਹੈ ਜੋ ਕਿ ਭਾਰਤ ਵਿੱਚ ਖੇਮਕਰਨ ਸੈਕਟਰ ਵਿੱਚ ਸਥਿਤ ਹੈ। It has reached a village named ਚੀਮਾ। ਇਹ ਚੀਮਾ ਨਾਮ ਦੇ ਪਿੰਡ ਵਿੱਚ ਪਹੁੰਚ ਚੁੱਕੀ ਹੈ। This village is on the border. ਇਹ ਪਿੰਡ ਸਰਹੱਦ 'ਤੇ ਹੈ। In this sector, the battle has been going on since September 6. ਇਸ ਸੈਕਟਰ ਦੇ ਵਿੱਚ ਜਾਂ ਫਿਰ ਇਸ ਏਰੀਆ ਦੇ ਵਿੱਚ ਖੇਤਰ ਦੇ ਵਿੱਚ ਜੋ ਲੜਾਈ ਹੈ ਉਹ ਕਦੋਂ ਤੋਂ ਚੱਲ ਰਹੀ ਹੈ? 6 ਸਤੰਬਰ ਤੋਂ ਚੱਲ ਰਹੀ ਹੈ। Here, Havaldar Abdul Hamid of 4 grenadiers and the other soldiers of his company are waiting to face the Pakistani army. ਇੱਧਰ ਹਵਲਦਾਰ ਅਬਦੁਲ ਹਾਮਿਦ 4 ਗ੍ਰੇਨੇਡੀਅਰਸ ਅਤੇ ਹੋਰ ਸਿਪਾਹੀਆਂ ਦੀ ਜਿਹੜੀ ਟੁਕੜੀ ਆ ਉਹਦੀ ਉਸ ਦੇ ਨਾਲ ਸਾਰੇ ਜਾਣੇ ਪਾਕਿਸਤਾਨੀ ਫੌਜ ਦਾ ਸਾਹਮਣਾ ਕਰਨ ਲਈ ਤਿਆਰ ਬੈਠੇ ਹਨ ਅਤੇ ਉਡੀਕ ਕਰ ਰਹੇ ਹਨ। ਬਰੇਵ ਅਬਦੁਲ ਹਾਮਿਦ ਇਜ਼ ਸਿਟਿੰਗ ਇਨ ਅ ਜੀਪ। ਬਹਾਦਰ ਅਬਦੁਲ ਹਾਮਿਦ ਇੱਕ ਜੀਪ ਵਿੱਚ ਬੈਠਾ ਹੋਇਆ ਹੈ। He has a special gun. ਉਸਦੇ ਕੋਲ ਇੱਕ ਸਪੈਸ਼ਲ ਗਨ ਹੈ। The Patton tanks of the Pakistani army are not very far from him. ਜੋ ਪੈਟਨ ਟੈਂਕਸ ਨੇ ਪਾਕਿਸਤਾਨੀ ਫੌਜ ਦੇ ਉਹ ਉਸ ਤੋਂ ਕੋਈ ਜ਼ਿਆਦਾ ਦੂਰੀ 'ਤੇ ਨਹੀਂ ਹਨ। He could hit the tanks with his gun if he wanted to. ਜੇਕਰ ਉਹ ਚਾਹੇ ਤਾਂ ਉੱਥੋਂ ਬੈਠਾ ਹੋਇਆ ਵੀ ਮਤਲਬ ਹੁਣ ਵੀ ਉਹ ਉਹਨਾਂ ਟੈਂਕਸ 'ਤੇ ਨਿਸ਼ਾਨਾ ਸਾਧ ਸਕਦਾ ਸੀ। He is a good shot. ਉਹ ਇੱਕ ਬਹੁਤ ਹੀ ਚੰਗਾ ਨਿਸ਼ਾਨੇਬਾਜ਼ ਹੈ। But he waits. ਪਰ ਉਹ ਇੰਤਜ਼ਾਰ ਕਰਦਾ ਹੈ। He does not want to waste his shots. ਕਿਉਂਕਿ ਉਹ ਆਪਣਾ ਕੀ ਹੈ ਕੋਈ ਵੀ ਨਿਸ਼ਾਨਾ ਜਿਹੜਾ ਹੈ ਉਸਨੂੰ ਵੇਸਟ ਨਹੀਂ ਕਰਨਾ ਚਾਹੁੰਦਾ। He wants to hit each tank with his shot. ਉਹ ਚਾਹੁੰਦਾ ਹੈ ਕਿ ਉਹਦੇ ਹਰ ਇੱਕ ਸ਼ਾਟ ਦੇ ਨਾਲ ਹਰ ਇੱਕ ਨਿਸ਼ਾਨੇ ਦੇ ਨਾਲ ਜਿਹੜਾ ਦੁਸ਼ਮਣ ਦਾ ਟੈਂਕ ਆ ਉਹ ਤਬਾਹ ਹੋ ਜਾਵੇ। The Pakistani tanks are very powerful and dangerous.
पाकिस्तानी टैंक बहुत ही शक्तिशाली, ताकतवर ਅਤੇ खतरनाक ਹਨ। दे आर कमिंग ਨੀਅਰਰ ਐਂਡ ਨੀਅਰਰ, ਉਹ ਨੇੜੇ ਅਤੇ ਹੋਰ ਨੇੜੇ ਆ ਰਹੇ ਹਨ। ਦੇ ਆਰ ਫਾਇਰਿੰਗ ਕੰਟੀਨਿਊਲੀ, ਉਹ ਲਗਾਤਾਰ ਫਾਇਰਿੰਗ ਕਰ ਰਹੇ ਹਨ, ਗੋਲੀਆਂ ਚਲਾ ਰਹੇ ਹਨ। ਬਰੇਵ ਅਬਦੁਲ ਹਾਮਿਦ ਮਾਰਚਸ ਫਾਰਵਰਡ, ਬਹਾਦਰ ਅਬਦੁਲ ਹਾਮਿਦ ਅੱਗੇ ਵੱਲ ਵੱਧਦਾ ਹੈ। ਹੀ ਸੀਜ਼ ਅ ਪਾਕਿਸਤਾਨੀ ਟੈਂਕ, ਉਹ ਇੱਕ ਪਾਕਿਸਤਾਨੀ ਟੈਂਕ ਨੂੰ ਦੇਖਦਾ ਹੈ। ਹੀ ਟਰਨਸ ਹਿਜ਼ ਗਨ ਐਂਡ ਫਾਇਰਸ ਅ ਸ਼ਾਟ, ਉਹ ਆਪਣੀ ਗਨ ਨੂੰ ਘੁਮਾਉਂਦਾ ਹੈ ਅਤੇ ਇੱਕ ਨਿਸ਼ਾਨਾ ਸਾਧ ਦਿੰਦਾ ਹੈ। ਐਂਡ ਵਾਓ ਦ ਟੈਂਕ ਕੈਚਸ ਫਾਇਰ, ਅਤੇ ਕੀ ਦੇਖਦੇ ਹੋ, ਜੋ ਟੈਂਕ ਹੈ ਉਹ ਅੱਗ ਫੜ ਲੈਂਦਾ ਹੈ। ਇਟ ਗੋਜ਼ ਅਪ ਇਨ ਫਲੇਮਸ, ਉਹ ਅੱਗ ਦੀਆਂ ਲਪਟਾਂ ਵਿੱਚ ਚਲਾ ਜਾਂਦਾ ਹੈ। ਆਲ ਦ ਸੋਲਜਰਸ ਆਫ ਅਬਦੁਲ ਹਾਮਿਦਸ ਕੰਪਨੀ ਆਰ ਸੋ ਹੈਪੀ, ਅਬਦੁਲ ਹਾਮਿਦ ਦੀ ਟੁਕੜੀ ਦੇ ਸਾਰੇ ਸਿਪਾਹੀ ਬਹੁਤ ਖੁਸ਼ ਹਨ। ਅਜੀਤ, ਸਰ ਵਾਜ਼ ਹੀ ਸੱਚ ਅ ਗੁੱਡ ਸ਼ਾਟ, ਅਜੀਤ ਪੁੱਛਦਾ ਹੈ ਸਰ ਨੂੰ, ਟੀਚਰ ਨੂੰ, ਕਿ ਸਰ ਕੀ ਉਹ ਸੱਚਮੁੱਚ ਇੰਨਾ ਵਧੀਆ ਨਿਸ਼ਾਨੇਬਾਜ਼ ਸੀ। ਮਿਸਟਰ ਵਰਮਾ, ਓ ਯੈਸ ਹੀ ਵਾਜ਼, ਮਿਸਟਰ ਵਰਮਾ ਜਵਾਬ ਦਿੰਦੇ ਹਨ, ਹਾਂ ਬਿਲਕੁਲ ਸੀ। ਹੀ ਵਾਜ਼ ਅ ਕਰੈਕ ਸ਼ਾਟ, ਉਹ ਇੱਕ ਅਚੂਕ ਨਿਸ਼ਾਨੇਬਾਜ਼ ਸੀ। ਅਚੂਕ ਮਤਲਬ ਉਸਦਾ ਨਿਸ਼ਾਨਾ ਕਦੇ ਵੀ ਮਿਸ ਨਹੀਂ ਹੁੰਦਾ ਸੀ। ਵਨਸ ਐਟ ਨਾਈਟ ਹੀ ਸ਼ਾਟ ਅ ਬਰਡ ਜਸਟ ਹੀਅਰਿੰਗ ਇਟਸ ਸਾਊਂਡ, ਮਿਸਟਰ ਵਰਮਾ ਦੱਸਦੇ ਹਨ ਕਿ ਇੱਕ ਵਾਰ ਤਾਂ ਉਸਨੇ ਇੱਕ ਪੰਛੀ ਦੀ ਆਵਾਜ਼ ਸੁਣ ਕੇ ਹੀ ਰਾਤ ਨੂੰ ਪੰਛੀ 'ਤੇ ਨਿਸ਼ਾਨਾ ਲਗਾ ਦਿੱਤਾ ਸੀ। ਸੁਰੇਸ਼, ਰੀਅਲੀ, ਸੁਰੇਸ਼ ਕਹਿੰਦਾ ਹੈ ਸੱਚਮੁੱਚ। ਮਿਸਟਰ ਵਰਮਾ ਕਹਿੰਦੇ ਹਨ ਲਿਸਨ ਫਰਦਰ, ਅੱਗੇ ਸੁਣੋ। ਨਾਓ ਹੀ ਸੀਜ਼ ਅਨਦਰ ਟੈਂਕ, ਕੌਣ ਦੇਖਦਾ ਹੈ ਅਨਦਰ ਟੈਂਕ? ਅਬਦੁਲ ਹਾਮਿਦ, ਹਾਂਜੀ ਅਬਦੁਲ ਹਾਮਿਦ ਇੱਕ ਹੋਰ ਟੈਂਕ ਦੇਖਦਾ ਹੈ। ਅਬਦੁਲ ਹਾਮਿਦ ਫਾਇਰਸ ਐਂਡ ਇਟ ਵਰਸਟ ਇਨਟੂ ਫਲੇਮਸ, ਅਬਦੁਲ ਹਾਮਿਦ ਨਿਸ਼ਾਨਾ ਲਗਾਉਂਦਾ ਹੈ ਅਤੇ ਇਸ ਨੂੰ ਵੀ ਅੱਗ ਦੀਆਂ ਲਪਟਾਂ ਵਿੱਚ ਜਲਾ ਦਿੰਦਾ ਹੈ। 4 more ਟੈਂਕਸ ਆਰ ਸੀਨ, 4 ਹੋਰ ਟੈਂਕ ਦਿਖਾਈ ਦਿੰਦੇ ਹਨ। ਦੇ ਵਾਂਟ ਟੂ ਅਟੈਕ ਅਬਦੁਲ ਹਾਮਿਦਸ ਕੰਪਨੀ ਐਂਡ ਕਿਲ ਹਿਮ, ਜੋ ਟੈਂਕ ਵਾਲੇ ਹਨ, ਪਾਕਿਸਤਾਨੀ ਟੈਂਕ ਵਾਲੇ ਹਨ, ਉਹ ਅਬਦੁਲ ਹਾਮਿਦ ਦੀ ਟੁਕੜੀ 'ਤੇ ਹਮਲਾ ਕਰਨਾ ਚਾਹੁੰਦੇ ਹਨ ਅਤੇ ਉਸਨੂੰ ਮਾਰ ਦੇਣਾ ਚਾਹੁੰਦੇ ਹਨ। ਹੀ ਇਜ਼ ਦੇਅਰ ਬਿਗੈਸਟ ਐਨਮੀ, ਕਿਉਂ ਮਾਰ ਦੇਣਾ ਚਾਹੁੰਦੇ ਨੇ? ਕਿਉਂਕਿ ਉਹ ਅਬਦੁਲ ਹਾਮਿਦ ਹੈ ਜੋ ਉਹ ਪਾਕਿਸਤਾਨੀ ਆਰਮੀ ਦੇ ਲਈ ਜਾਂ ਪਾਕਿਸਤਾਨ ਦੇ ਲਈ ਬਹੁਤ ਵੱਡਾ, ਸਭ ਤੋਂ ਵੱਡਾ ਦੁਸ਼ਮਣ ਸੀ। ਦੇ ਟਰਨਡ ਦ ਗਨਸ ਇਨ ਦੇਅਰ ਟੈਂਕਸ ਟੂਵਰਡਸ ਹਿਮ, ਉਹਨਾਂ ਨੇ ਆਪਣੇ ਟੈਂਕ ਦੇ ਵਿੱਚ ਜੋ ਗਨ ਸੀਗੀਆਂ ਉਹਨਾਂ ਨੂੰ ਕਿੱਧਰ ਵੱਲ ਨੂੰ ਘੁਮਾਇਆ? ਹਾਂਜੀ ਅਬਦੁਲ ਹਾਮਿਦ ਵੱਲ ਨੂੰ ਘੁਮਾ ਲਿਆ। ਬਟ ਬਿਫੋਰ ਦੇ ਕੈਨ ਫਾਇਰ, ਪਰ ਇਸ ਤੋਂ ਪਹਿਲਾਂ ਕਿ ਉਹ ਨਿਸ਼ਾਨਾ ਲਗਾਉਂਦੇ, ਅਬਦੁਲ ਹਾਮਿਦ ਹਿਟਸ ਦਾ 3rd ਟੈਂਕ ਆਲਸੋ, ਅਬਦੁਲ ਹਾਮਿਦ ਨੇ ਉਹਨਾਂ ਦਾ ਤੀਸਰਾ ਟੈਂਕ ਵੀ ਤਬਾਹ ਕਰ ਦਿੱਤਾ। ਐਂਡ ਦੇਅਰ ਇਟ ਗੋਜ਼, ਅਤੇ ਇਹ ਵੀ ਚਲਾ ਗਿਆ। ਇਟ ਹੈਜ਼ ਕੌਟ ਫਾਇਰ, ਇਸ ਨੂੰ ਵੀ ਅੱਗ ਲੱਗ ਗਈ ਜਾਂ ਇਸ ਨੇ ਵੀ ਅੱਗ ਫੜ ਲਈ। ਫਲੇਮਸ ਆਰ ਰਾਈਜ਼ਿੰਗ ਹਾਈ ਅਪ ਇਨਟੂ ਦ ਸਕਾਈ, ਜੋ ਲਪਟਾਂ ਨੇ ਅੱਗ ਦੀਆਂ ਉਹ ਆਸਮਾਨ ਦੇ ਵਿੱਚ ਹੋਰ ਉੱਚੀਆਂ ਹੋ ਰਹੀਆਂ ਸਨ, ਹੋਰ ਜ਼ਿਆਦਾ ਵੱਲ ਰਹੀਆਂ ਸਨ। ਬਟ ਅਲਾਸ, ਪਰ ਦੁੱਖ ਦੀ ਗੱਲ ਹੈ, one shell of the enemy hits his jeep, ਦੁੱਖ ਦੀ ਗੱਲ ਕੀ ਸੀ ਕਿ ਦੁਸ਼ਮਣਾਂ ਦੇ ਇੱਕ ਗੋਲਾ ਸੀ ਜੋ ਦੁਸ਼ਮਣਾਂ ਦਾ, ਉਹ ਆ ਕੇ ਕਿਸ 'ਤੇ ਵੱਜਦਾ ਹੈ, ਕਿਸ 'ਤੇ ਡਿੱਗਦਾ ਹੈ? ਅਬਦੁਲ ਹਾਮਿਦ ਦੀ ਜੀਪ 'ਤੇ। ਦ ਬਰੇਵ ਹੀਰੋ ਫਾਲਸ ਡਾਊਨ, ਬਹਾਦਰ ਨਾਇਕ, ਬਹਾਦਰ ਹੀਰੋ ਸੀ ਜੋ ਉਹ ਜੀਪ ਵਿੱਚੋਂ ਨੀਚੇ ਡਿੱਗ ਜਾਂਦਾ ਹੈ। ਹੀ ਇਜ਼ ਬੈਡਲੀ ਬਾਉਂਡਡ, ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ ਹੈ। ਬਟ ਹੀ ਡਜ਼ ਨਾਟ ਲੌਸ ਹਰਟ, ਪਰ ਉਹ ਆਪਣਾ ਦਿਲ ਹੈ ਜੋ ਆਪਣਾ ਮਨ ਹੈ ਉਸਨੂੰ ਘਟਾਉਂਦਾ ਨਹੀਂ ਹੈ, ਜਾਂ ਆਪਾਂ ਕਹਿੰਦੇ ਦਿਲ ਨਹੀਂ ਛੱਡਦਾ, ਹੌਸਲਾ ਆਪਣਾ ਬਰਕਰਾਰ ਰੱਖਦਾ ਹੈ। ਹੀ ਆਰਡਰਸ ਹਿਜ਼ ਸੋਲਜਰਸ, ਉਹ ਆਪਣੇ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ, ਮੂਵ ਫਾਰਵਰਡ ਫਾਈਟ ਔਨ, ਅੱਗੇ ਵਧੋ, ਲੜਦੇ ਰਹੋ। ਅਜੀਤ, ਵਾਟ ਅ ਬਰੇਵ ਸੋਲਜਰ ਹੀ ਵਾਜ਼, ਅਜੀਤ ਕਹਿੰਦਾ ਹੈ ਕਿ ਉਹ ਕਿੰਨਾ ਹੀ ਬਹਾਦਰ, ਕਿੰਨਾ ਜ਼ਿਆਦਾ ਬਹਾਦਰ ਸਿਪਾਹੀ ਸੀ। ਮਿਸਟਰ ਵਰਮਾ, ਯੈਸ ਇੰਡੀਡ, ਮਿਸਟਰ ਵਰਮਾ ਕਹਿੰਦੇ ਹਨ ਹਾਂ ਬਿਲਕੁਲ ਸੀ। ਹੀ
his soldiers loved him. ਉਸਦੇ ਸਿਪਾਹੀ ਉਸਨੂੰ ਬਹੁਤ ਪਿਆਰ ਕਰਦੇ ਸਨ. They obeyed his orders and fought bravely. ਉਹ ਉਸਦੇ ਆਰਡਰਸ ਨੂੰ ਉਸਦੇ ਹੁਕਮਾਂ ਨੂੰ ਮੰਨਦੇ ਸਨ ਅਤੇ ਕੀ ਕਰਦੇ ਸਨ? ਹਾਂਜੀ, ਉਹਨਾਂ ਨੇ ਉਹਦੇ ਆਰਡਰ ਨੂੰ ਮੰਨਿਆ ਅਤੇ ਬਹੁਤ ਹੀ ਬਹਾਦਰੀ ਦੇ ਨਾਲ ਲੜੇ. Some more tanks of the enemy were destroyed. ਦੁਸ਼ਮਣਾਂ ਦੇ ਹੋਰ ਕਈ ਟੈਂਕ ਵੀ ਤਬਾਹ ਕਰ ਦਿੱਤੇ ਗਏ. The Pakistani soldiers got afraid and they fled away. ਪਾਕਿਸਤਾਨੀ ਸਿਪਾਹੀ ਸੀ ਜੋ ਉਹ ਡਰ ਗਏ ਅਤੇ ਮੈਦਾਨ ਛੱਡ ਕੇ ਚਲੇ ਗਏ. This brave soldier of the Indian Army died for his country. ਇੰਡੀਅਨ ਆਰਮੀ ਭਾਰਤੀ ਫੌਜ ਦਾ ਇਹ ਬਹਾਦਰ ਸਿਪਾਹੀ ਆਪਣੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰ ਗਿਆ. He was awarded the ਪਰਮਵੀਰ ਚੱਕਰ posthumously. ਉਸਨੂੰ ਮਰਨ ਉਪਰੰਤ ਪਰਮਵੀਰ ਚੱਕਰ ਦੇ ਨਾਲ ਸਨਮਾਨਿਆ ਗਿਆ, ਨਵਾਜ਼ਿਆ ਗਿਆ. His name will always be remembered by the people of his country. ਉਸਦਾ ਨਾਮ ਉਸਦੇ ਦੇਸ਼ ਵਾਸੀਆਂ ਦੇ ਮਨਾਂ ਦੇ ਵਿੱਚ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ. His village has been named ਹਾਮਿਦ ਧਾਮ ਆਫਟਰ ਹਿਜ਼ ਨੇਮ. ਉਸਦੇ ਪਿੰਡ ਦਾ ਨਾਮ ਬਦਲ ਕੇ ਉਸਦੇ ਨਾਮ ਦੇ ਉੱਤੇ ਹੀ ਅਬਦੁਲ ਹਾਮਿਦ ਦੇ ਨਾਮ ਦੇ ਉੱਤੇ ਹੀ ਹਾਮਿਦ ਧਾਮ ਰੱਖ ਦਿੱਤਾ ਗਿਆ. ਹਾਂਜੀ ਬੱਚਿਓ, ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਲੈਸਨ? ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੈਸਨ ਬਹੁਤ ਹੀ ਵਧੀਆ ਲੱਗਿਆ ਹੋਵੇਗਾ, ਕਿਉਂਕਿ ਅਸੀਂ ਇਸ ਲੈਸਨ ਦੇ ਵਿੱਚ ਭਾਰਤ ਦੇ ਉਸ ਸਿਪਾਹੀ ਬਾਰੇ ਪੜ੍ਹਿਆ, ਉਸ ਬਹਾਦਰ ਸਿਪਾਹੀ ਬਾਰੇ ਪੜ੍ਹਿਆ ਹੈ ਜਿਸ ਨੇ ਆਪਣੀ ਜਾਨ ਤੱਕ ਆਪਣੇ ਦੇਸ਼ ਦੀ ਸ਼ਾਨ ਦੇ ਲਈ ਕੁਰਬਾਨ ਕਰ ਦਿੱਤੀ ਸੀ. ਥੈਂਕ ਯੂ ਬੇਟਾ.